बड़े ही विस्तार नाल समझाउणा कीता है। गौड़ी महला पंजवा। राख लिया गुर पूरै आप, मनमुख को लागो संताप। गुरु गुरु जप मीत हमारे, मुख उजल होवहे दरबारे रहाओ। गुर के चरण हृदय बसाए, दुख दुश्मन तेरी हतै बलाए। गुर का शब्द तेरै संग सहाई, दयाल भये सगले जी भाई। गुर पूरै जब कृपा धारी, भानत नानक मेरी पूरी परी। जब पूरै गुर पूरै जब कृपा करी, भानत नानक मेरी पूरी परी। गुरु अर्जन देव महाराज जी बाणी द्वारा कथन करते हैं, राख लिया गुर पूरै आप। महाराज जी कहने लगे, पूरिया सतगुरां ने साडे सेवक जान के, पूरिया सतगुरां ने अपने सेवक जान के रख लैना कीता है। राख लिया गुर पूरै आप, के पूरिया सतगुरां ने अपने सेवक जान के रख लैना कीता है। मनमुख को लागो संताप, के मनमुखता करन वालियां नूं संताप लग्या है, साड़ा लग्या है। पूरिया सतगुरां ने महाराज जी कहन लगे अपने सेवक जान के रख लैना कीता है। मनमुख को लागो संताप, मनमुखताई करन वाले हन जिहड़े उन्हां नूं साड़ा लग्या है, संताप लग्या है। गुरु गुरु जप मीत हमारे, हे हमारे हे साडे मीत मित्रो सज्जणों, पूजनीक सतगुरु साहिब जी नूं जपना करो कि अग्यान दे हनेरे दा नाश करके ज्ञान दा प्रकाश करन वाले गुरु चेतन स्वरूप नूं जपना करो। ते जपण दे नाल मुख उजल होवहे दरबारे, जिस करके साध संग रूपी सचखंड रूपी दरबार विच मुख उज्जल के मूँह उज्जला पवित्र हो जाएगा। गुर के चरण हृदय बसाए, सतगुरु साहिब जी दे पावन चरण, चरनां नूं भाव नाम नूं हिरदे विच चित्त विच वसाउणा करो। गुर कै चरण हिरदय वसाए, के सतगुरां जी दे पावन चरण भाव नाम नूं हिरदे विच चित्त विच वसाउणा करो। दुख दुश्मन तेरी हतै बलाए, जिस करके जम्मण मरण दे दुख काम आदਿਕ दुश्मन बैरी, तेरी अविद्या रूपी बला आदਿਕ सब नाश हो जाएगी। गुर का शब्द तेरै संग सहाई, गुर का शब्द तेरै संग सहाई, के सतगुरु साहिब जी का शब्द, सतगुरु साहिब जी का उपदेश लोक परलोक विच तेरे नाल हो के सहाई सहायता करन वाला है। दयाल भये सगले जी भाई, हे भाई तिस शब्द करके सगले सारे जीव दयालु होए हन। गुर का शब्द तेरै संग सहाई, दयाल भये सगले जी भाई। सतगुरु साहिब जी का शब्द उपदेश लोक परलोक विच तेरे संग तेरे नाल हो के सहायता करन वाला है। हे भाई इस शब्द करके सारे जीव दयालु होए हन। गुरपूरै जब किरपा करी, जदों पूरे सतगुरु जी ने
ਕਿਰਪਾ ਦਇਆ ਦ੍ਰਿਸ਼ਟੀ ਕੀਤੀ। ਗੁਰੂ ਜੀ ਭੰਤ ਨਾਨਕ ਭੰਤ, ਕਿ ਗੁਰੂ ਜੀ ਭੰਤ ਕਥਨ ਕਰਦੇ ਹਨ ਕਿ ਇਸ ਤਰ੍ਹਾਂ ਮੇਰੀ ਪੂਰਨ ਕਮਾਈ ਭਰੀ ਪੈ ਗਈ ਹੈ, ਪਾਤ ਆਬਰੋ ਪੈ ਗਈ ਹੈ। ਗੁਰ ਪੂਰੈ ਜਬ ਕਿਰਪਾ ਕਰੀ, ਭੰਤ ਨਾਨਕ ਮੇਰੀ ਪੂਰੀ ਭਰੀ। ਕਿ ਮਹਾਰਾਜ ਜੀ ਕਹਿਣ ਲੱਗੇ, ਜਦੋਂ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤਾਂ ਗੁਰੂ ਜੀ ਕਥਨ ਕਰਦੇ ਹਨ, ਇਸ ਤਰ੍ਹਾਂ ਮੇਰੀ ਪੂਰਨ ਕਮਾਈ ਪੈ ਗਈ, ਪੱਥ ਆਵਰੋ ਪੈ ਗਈ। ਗੌੜੀ ਮਹੱਲਾ ਪੰਜਵਾ। ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਧਿਓ ਚੋਰ। ਮਿਰਤਕ ਦੇਹ ਸਾਧ ਸੰਗ ਬਿਹੂਨਾ, ਆਵਤ ਜਾਤ ਜੋਨੀ ਦੁਖ ਖੀਨਾ। ਰਹਾਉ ਅਨਕ ਬਸਤਰ ਸੁੰਦਰ ਪਹਿਰਾਇਆ, ਜਿਉ ਡਰਨਾ ਖੇਤ ਮਾਹੇ ਡਰਾਇਆ। ਸਗਲ ਸਰੀਰ ਆਵਤ ਸਭ ਕਾਮ, ਨੇ ਫਲ ਮਨੁੱਖ ਜਪੈ ਨਹੀਂ ਨਾਮ। ਕਹੋ ਨਾਨਕ ਜਾਂ ਕੋ ਭਏ ਦਿਆਲਾ, ਸਾਧ ਸੰਗ ਮਿਲ ਭਜਹਿ ਗੋਪਾਲਾ। ਕਹੋ ਨਾਨਕ ਜਾਂ ਕੋ ਭਏ ਦਿਆਲਾ, ਸਾਧ ਸੰਗ ਮਿਲ ਭਜਹਿ ਗੋਪਾਲਾ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦ੍ਰਿਸ਼ਟਾਂਤ ਦੇ ਸਮਝਾ ਰਹੇ ਹਨ। ਆਨਕ ਰਸਾ ਖਾਏ ਜੈਸੇ ਢੋਰ। ਕਹਿਣ ਲੱਗੇ, ਹੇ ਭਾਈ, ਜੀਵ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੋ ਹੋਰ ਅਨਕ ਅਨੇਕਾਂ ਪ੍ਰਕਾਰ ਦੇ ਰਾਸ ਕਸ ਖਾਂਦੇ ਹਨ, ਉਹ ਤਾਂ ਇਉਂ ਹਨ ਜੈਸੇ ਢੋਰ, ਜੈਸੇ ਜਿਵੇਂ ਢੋਰ ਪਸ਼ੂ ਚਾਰਾ ਆਦਿਕ ਖਾਂਦੇ ਹਨ। ਕਿੱਡਾ ਵੱਡਾ ਲਾਂਭਾ ਦਿੰਦੇ ਹਨ ਮਹਾਰਾਜ ਜੀ ਕਿ ਅਨਕ ਰਸਾ ਖਾਏ ਜੈਸੇ ਢੋਰ। ਹੇ ਭਾਈ, ਜੀਵ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੋ ਹੋਰ ਅਨੇਕਾਂ ਪ੍ਰਕਾਰ ਦੇ ਰਸਾਂ ਕਸਾਂ ਨੂੰ ਖਾਂਦੇ ਹਨ, ਉਹ ਤਾਂ ਇਉਂ ਹਨ ਜਿਵੇਂ ਪਸ਼ੂ ਚਾਰਾ ਆਦਿਕ ਖਾਂਦੇ ਹਨ। ਮੋਹ ਕੀ ਜੇਬਰੀ ਬਾਧਿਓ ਚੋਰ, ਕਿ ਜੀਵ ਮੋਹ ਦੀ ਜੇਬਰੀ, ਮੋਹ ਦੀ ਰੱਸੀ ਵਿੱਚ ਇਉਂ ਬੱਝਿਆ ਹੋਇਆ ਹੈ। ਮੋਹ ਕੀ ਜੇਬਰੀ ਬਾਧਿਓ ਚੋਰ, ਕਿ ਜੀਵ ਮੋਹ ਦੀ ਰੱਸੀ ਵਿੱਚ ਇਉਂ ਬੱਝਿਆ ਹੋਇਆ ਹੈ ਜਿਵੇਂ ਚੋਰ ਬੰਨ੍ਹ ਲੈਂਦਾ ਹੈ, ਜਿਵੇਂ ਚੋਰ ਕੈਦ ਕਰ ਲੈਂਦਾ ਹੈ। ਕਿ ਇਹ ਜੀਵ ਮੋਹ ਦੀ ਰੱਸੀ ਵਿੱਚ ਇਸ ਤਰ੍ਹਾਂ ਬੰਨ੍ਹਿਆ ਹੋਇਆ ਹੈ ਜਿਵੇਂ ਚੋਰ ਚੋਰੀ ਕਰਦਾ ਜਦ ਫੜਿਆ ਜਾਂਦਾ ਉਹ ਬੰਨ੍ਹ ਲੈਂਦਾ ਹੈ ਜਾਂ ਕੈਦ ਕਰ ਲੈਂਦਾ ਹੈ। ਮੋਹ ਅਗਿਆਨ ਆਦਿਕਾਂ ਨੇ ਮਮਤਾ ਰੂਪੀ ਰੱਸੀ ਵਿੱਚ ਬੰਨ੍ਹ ਲਿਆ ਹੈ, ਕਿਉਂਕਿ ਚੋਰ ਦੀ ਨਿਆਈ ਪਰਮੇਸ਼ਰ ਦੇ ਨਾਮ ਦਾ ਚੋਰ ਹੈ, ਭਾਵ ਸਿਮਰ ਨਹੀਂ ਕਰਦਾ। ਇਸੇ ਕਰਕੇ ਇਹ ਮਮਤਾ ਰੂਪੀ ਰੱਸੀ ਵਿੱਚ ਬੰਨ੍ਹ ਲਿਆ ਹੈ। ਮਿਰਤਕ ਦੇਹ ਸਾਧ ਸੰਗ ਬਹੂਨਾ, ਇਹ ਦੇਹ, ਇਹ ਸਰੀਰ ਸਾਧ ਸੰਗ, ਸਤ ਸੰਗਤ ਤੋਂ ਬਹੂਨਾ ਬਿਨਾ। ਮਿਰਤਕ ਹੁੰਦਾ ਮੁਰਦੇ ਦੀ ਨਿਆਈ ਹੈ। ਮਿਰਤਕ ਦੇ ਸਾਧ ਸੰਗ ਬਹੂਨਾ, ਕਿ ਇਹ ਦੇਹੀ, ਇਹ ਸਰੀਰ ਸਤ ਸੰਗਤ ਤੋਂ ਬਿਨਾ ਮੁਰਦੇ ਦੀ ਨਿਆਈ ਹੈ, ਭਾਵ ਜਿਵੇਂ ਮੁਰਦੇ ਵਿੱਚ ਕੋਈ ਸਤਾ ਨਹੀਂ ਹੁੰਦੀ, ਇਵੇਂ ਸਤ ਸੰਗਤ ਤੋਂ ਬਿਨਾ ਚੰਗੇ ਕਰਮ ਕਰਨ ਦੀ ਸੱਤਿਆ ਨਹੀਂ ਹੁੰਦੀ ਜੀਵ ਦੇ ਵਿੱਚ। ਆਵਤ ਜਾਤ ਜੋਨੀ ਦੁਖ ਖੀਨਾ, ਇਸ ਪ੍ਰਕਾਰ ਇਹ ਜੀਵ ਮਾਤਾ ਦੇ ਗਰਭ ਵਿੱਚ ਜਨਮ ਧਾਰ ਕੇ ਆਵਤ ਆਉਂਦਾ ਹੈ ਅਤੇ ਮਰ ਕੇ ਜਾਤ ਜਾਂਦਾ ਹੈ। ਇਉਂ 84 ਲੱਖ ਜੂਨੀਆਂ ਦੇ ਦੁੱਖਾਂ ਵਿੱਚ ਖੀਨਾ ਹੁੰਦਾ, ਨਾਸ ਹੁੰਦਾ ਰਹਿੰਦਾ ਹੈ। ਮਿਰਤਕ ਦੇ ਸਾਧ ਸੰਗ ਬਹੂਨਾ ਆਵਦ ਚਾਤ
ਜੋਨੀ ਦੁਖ ਖੀਨਾ, ਕਿ ਇਹ ਸਰੀਰ ਸਤ ਸੰਗਤ ਤੋਂ ਬਿਨਾ ਮਿਰਤਕ ਮੁਰਦੇ ਦੀ ਨਿਆਈ, ਭਾਵ ਜਿਵੇਂ ਮੁਰਦੇ ਵਿੱਚ ਕੋਈ ਸਤਾ ਨਹੀਂ ਹੁੰਦੀ, ਇਵੇਂ ਸਤ ਸੰਗਤ ਤੋਂ ਬਿਨਾ ਚੰਗੇ ਕਰਮ ਕਰਨ ਦੀ ਸੱਤਿਆ ਨਹੀਂ ਹੁੰਦੀ। ਇਸ ਪ੍ਰਕਾਰ ਇਹ ਜੀਵ ਮਾਤਾ ਦੇ ਗਰਭ ਵਿੱਚ ਜਨਮ ਧਾਰ ਕੇ ਆਬਤ ਆਉਂਦਾ ਹੈ ਅਤੇ ਮਰ ਕੇ ਜਾਂਦਾ ਹੈ। ਇਉਂ 84 ਲੱਖ ਜੋਨੀਆਂ ਦੇ ਦੁੱਖਾਂ ਵਿੱਚ ਨਾਸ ਹੁੰਦਾ ਰਹਿੰਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਹਨ। ਆਨਕ ਬਸਤਰ ਸੁੰਦਰ ਪਹਿਰਾਇਆ, ਜਉ ਡਰਨਾ ਖੇਤ ਮਾਹੇ ਡਰਾਇਆ। ਆਨਕ ਬਸਤਰ ਸੁੰਦਰ ਪਹਿਰਾਇਆ, ਜੋ ਅਨਕ ਅਨੇਕਾਂ ਸੁੰਦਰ ਸੋਹਣੇ ਬਸਤਰ ਕੱਪੜੇ ਪਹਿਰਾਇਆ ਪਹਿਨਣਾ ਕਰਦਾ ਹੈ, ਜੋ ਅਨੇਕਾਂ ਸੋਹਣੇ ਕੱਪੜੇ ਪਹਿਨਣਾ ਕਰਦਾ ਹੈ, ਸੁੰਦਰ ਕੱਪੜੇ ਪਹਿਨਣਾ ਕਰਦਾ ਹੈ ਜੀਵ, ਉਹ ਤਾਂ ਇਸ ਪ੍ਰਕਾਰ ਹਨ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਜਿਵੇਂ ਪਸ਼ੂਆਂ ਜਾਨਵਰਾਂ ਆਦਿਕ ਨੂੰ ਡਰਾਉਣ ਲਈ ਜ਼ਮੀਨ ਵਿੱਚ ਡਰਨਾ ਖੜਾ ਕੀਤਾ ਜਾਂਦਾ ਹੈ। ਅਰਥਾਤ ਜਿਵੇਂ ਖੇਤਾਂ ਵਿੱਚ ਡਰਨੇ ਗੱਡ ਕੇ ਉੱਪਰ ਸੋਹਣੇ ਸੋਹਣੇ ਕੱਪੜੇ ਪਾ ਦਿੰਦੇ ਹਨ, ਪੱਗ ਵੀ ਬੰਨ੍ਹ ਦਿੰਦੇ ਹਨ, ਪਰ ਜਾਨਵਰ ਫੇਰ ਵੀ ਇਸ ਦੇ ਲਾਗੇ ਫਸਲ ਚਰ ਜਾਂਦੇ ਹਨ। ਡਰਾਉਣ ਲਈ ਨਕਲੀ ਪੁਰਸ਼, ਜਿਸ ਨਾਲ ਪੰਛੀਆਂ ਨੂੰ ਡਰ ਪੈਦਾ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਜੋ ਸਤ ਸੰਗਤ ਅਤੇ ਸ਼ੁਭ ਗੁਣਾਂ ਤੋਂ ਖਾਲੀ ਹੈ, ਉੱਪਰੋਂ ਬੜੇ ਸਾਜ ਫਬ ਕੇ ਰਹਿੰਦੇ ਹਨ, ਉਹਨਾਂ ਦੇ ਸ਼ੁਭ ਗੁਣਾਂ ਨੂੰ ਕਾਮ ਆਦਿਕ ਪਸ਼ੂ ਨੇੜਿਓਂ ਹੀ ਚਰ ਜਾਂਦੇ ਹਨ। ਅਨਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ, ਜੋ ਅਨੇਕਾਂ ਸੁੰਦਰ ਸੋਹਣੇ ਬਸਤਰ ਕੱਪੜੇ ਪਹਿਨਣਾ ਕਰਦਾ ਹੈ, ਉਹ ਤਾਂ ਇਸ ਪ੍ਰਕਾਰ ਹੈ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਕਿ ਜਿਵੇਂ ਪਸ਼ੂਆਂ ਜਾਨਵਰਾਂ ਆਦਿ ਨੂੰ ਡਰਾਉਣ ਲਈ ਖੇਤ ਵਿੱਚ ਡਰਨਾ ਖੜਾ ਕੀਤਾ ਜਾਂਦਾ ਹੈ। ਜਿਵੇਂ ਖੇਤਾਂ ਵਿੱਚ ਡਰਨੇ ਗੱਡ ਕੇ ਉੱਪਰ ਸੋਹਣੇ ਸੋਹਣੇ ਕੱਪੜੇ ਪਾ ਦਿੰਦੇ ਹਨ, ਪੱਗ ਵੀ ਬੰਨ੍ਹ ਦਿੰਦੇ ਹਨ, ਪਰ ਜਾਨਵਰ ਫਿਰ ਵੀ ਇਸ ਦੇ ਲਾਗੇ ਫਸਲ ਚਰ ਜਾਂਦੇ ਹਨ। ਡਰਾਉਣ ਲਈ ਨਕਲੀ ਪੁਰਸ਼, ਜਿਸ ਨਾਲ ਪੰਛੀਆਂ ਨੂੰ ਡਰ ਪੈਦਾ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਸਤ ਸੰਗ ਅਤੇ ਸ਼ੁਭ ਗੁਣਾਂ ਤੋਂ ਖਾਲੀ ਹੈ, ਉੱਪਰੋਂ ਬੜੇ ਧਾਜ ਫਬ ਕੇ ਰਹਿੰਦੇ ਹਨ, ਉਹਨਾਂ ਦੇ ਸ਼ੁਭ ਗੁਣਾਂ ਨੂੰ ਕਾਮ ਆਦਿਕ ਪਸ਼ੂ ਨੇੜਿਓਂ ਹੀ ਚਰ ਜਾਂਦੇ ਹਨ। ਸਾਗਲ ਸਰੀਰ ਆਵਤ ਸਮ ਕਾਮ, ਨੇ ਫਲ ਮਨੁੱਖ ਜਪੈ ਨਹੀਂ ਨਾਮ। ਸਾਗਲ ਹੁੰਦਾ ਹੋਰ, ਸਾਗਲ ਹੋਰ ਸਾਗਲ, ਕਿ ਸਾਰੇ ਸਰੀਰ, ਸਾਗਲ ਸਰੀਰ ਸਾਰੇ ਸਰੀਰ ਸਭ ਤਰ੍ਹਾਂ ਦੇ, ਆਵਤ ਸਭ ਕਾਮ, ਕਿ ਕਾਮ ਕੰਮਾਂ ਵਿੱਚ ਆਵਤ ਆ ਜਾਂਦੇ ਹਨ, ਕਿ ਸਾਰੇ ਸਰੀਰ ਸਭ ਤਰ੍ਹਾਂ ਦੇ ਕੰਮਾਂ ਵਿੱਚ ਆ ਜਾਂਦੇ ਹਨ। ਭਾਵ ਜਿਨ੍ਹਾਂ ਜਿਨ੍ਹਾਂ ਦੇ ਉਹ ਜੋਗ ਹੁਣ ਉਸ ਵਰਤੋਂ ਵਿੱਚ ਆ ਜਾਂਦੇ ਹਨ। ਪਰ ਮਨੁੱਖਾ ਸਰੀਰ ਜੋ ਨਾਮ ਜਪਣ ਦੇ ਯੋਗ ਹੈ, ਜੇਕਰ ਇਸ ਮਨੁੱਖਾ ਸਰੀਰ ਵਿੱਚ ਨਾਮ ਨਹੀਂ ਜਪਿਆ ਤਾਂ ਇਹ ਸਰੀਰ ਵੀ ਨਿਸਫਲ ਹੈ। ਨਿਸਫਲ, ਕਿ ਨਿਸਫਲ ਮਾਨੁੱਖ ਜਪੈ ਨਹੀਂ ਨਾਮ, ਕਿ ਪਸ਼ੂ ਹਰੀ ਸਿਮਰਨ ਦੇ ਯੋਗ ਨਹੀਂ ਹੈ। ਜੋ ਪਸ਼ੂ ਹੈ ਇਹ ਪਰਮੇਸ਼ਰ ਦਾ ਨਾਮ ਜਪਣ ਦੇ ਯੋਗ ਨਹੀਂ। ਇਸ ਕਰਕੇ ਪਸ਼ੂਆਂ ਦਾ ਸਿਮਰਨ ਨਾ ਕਰਨਾ ਦੋਸ਼ ਨਹੀਂ ਹੈ, ਪਰ ਜਿਸ ਕੰਮ ਦੇ ਪਸ਼ੂ ਹੁੰਦੇ ਹਨ ਉਹ ਕੰਮ ਉਹਨਾਂ ਤੋਂ ਲਈਦਾ ਹੈ। ਦੂਸਰਾ ਮੋਟੇ ਜਿਉਂਦੇ ਪਸ਼ੂ ਦੀ ਖੱਲ, ਵਾਹਿਗੁਰੂ, ਦੂਸਰਾ ਮੋਏ ਪਸ਼ੂ
ਦੂਸਰਾ ਮੋਏ ਜਿਉਂਦੇ ਪਸ਼ੂ ਦੀ ਖੱਲ, ਸਿੰਘ ਹੱਡ ਆਦਿ ਕੰਮ ਆਉਂਦੇ ਹਨ। ਇਸ ਦੇ ਸੰਬੰਧ ਵਿੱਚ ਮਨੁੱਖ ਨਾਮ ਸਿਮਰਨ ਦੇ ਯੋਗ ਹੈ। ਜੇਕਰ ਆਪਣੇ ਯੋਗਤਾ ਦਾ ਕੰਮ ਨਹੀਂ ਕਰਦਾ ਤਾਂ ਪਸ਼ੂ ਨਾਲੋਂ ਇਸ ਦਾ ਆਉਣਾ ਨਿਸਫਲ ਰਿਹਾ। ਪਸ਼ੂ ਪੰਛੀਆਂ ਆਦਿਕ ਸਾਰਿਆਂ ਦੇ ਸਰੀਰ ਸਾਰੇ ਕੰਮ ਆਵਤ ਆ ਜਾਂਦੇ ਹਨ, ਪਰ ਮਨੁੱਖ ਦਾ ਸਰੀਰ ਹੀ ਨਿਸਫਲ ਹੈ ਜੋ ਨਾਮ ਨਹੀਂ ਜਪਦਾ। ਮਨੁੱਖ ਦਾ ਸਰੀਰ ਤਾਂ ਨਿਸਫਲ ਹੀ ਹੈ, ਕਿਸੇ ਵੀ ਕੰਮ ਨਹੀਂ ਆਉਂਦਾ। ਇਹ ਜਾਣਦਿਆਂ ਹੋਇਆਂ ਵੀ ਮਨੁੱਖ ਨਾਮ ਨਹੀਂ ਜਪਦਾ। ਕਹੋ ਨਾਨਕ ਜਾਂ ਕੋ ਭਏ ਦਿਆਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਉੱਤੇ ਮੇਰੇ ਵਾਹਿਗੁਰੂ ਜੀ ਦਿਆਲੂ ਹੋਏ ਹਨ, ਉਹ ਹੀ ਸਾਧ ਸੰਗਤ ਵਿੱਚ ਮਿਲ ਕਰਕੇ ਗੋਪਾਲ ਪ੍ਰਿਥਵੀ ਦੇ ਪਾਲਕ ਅਕਾਲ ਪੁਰਖ ਦਾ ਭਜਨ ਕਰਦੇ ਹਨ। ਗੌੜੀ ਮਹੱਲਾ ਪੰਜਵਾ। ਗੌੜੀ ਮਹੱਲਾ ਪੰਜਵਾ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ। ਭੈ ਬਿਨਸੇ ਨਿਰਭਉ ਹਰਿ ਪਾਇਆ, ਸਾਧ ਸੰਗ ਹਰਿ ਕੇ ਗੁਣ ਗਾਇਆ। ਰਹਾਉ ਚਰਨ ਕਾਵਲ ਰਿਦ ਅੰਤਰ ਧਾਰੇ, ਆਗਨ ਸਾਗਰ ਗੁਰ ਪਾਰ ਉਤਾਰੇ। ਬੂੜਤ ਜਾਤ ਪੂਰੈ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਢੇ। ਕਹੋ ਨਾਨਕ ਤਿਸ ਗੁਰ ਬਲਹਾਰੀ, ਜਿਸ ਭੇਟਤ ਗਤ ਭਈ ਹਮਾਰੀ। ਕਹੋ ਨਾਨਕ ਤਿਸ ਗੁਰ ਬਲਹਾਰੀ, ਜਿਸ ਭੇਟਤ ਗਤ ਭਈ ਹਮਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕਰ ਰਹੇ ਸਨ। ਜਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕਰ ਰਹੇ ਸਨ, ਉਸ ਵਕਤ ਸਿੱਖਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਗੁਰ ਸ਼ਬਦ ਦੀ ਮਹਿਮਾ ਕਿਤਨੀ ਕੁ ਹੈ। ਤਾਂ ਹਜੂਰ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਸ਼ਬਦ ਵਿੱਚ ਉਚਾਰਨ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਕਲ ਕਲੇਸ਼ ਗੁਰ ਸ਼ਬਦ ਨਿਵਾਰੇ। ਹੇ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਸ਼ਬਦ ਵਸ ਗਿਆ ਹੈ, ਉਹਨਾਂ ਦੀ ਸੰਸਾਰ ਦੇ ਅੰਦਰ ਜਿਤਨੀ ਵੀ ਕਲਪਨਾ ਸੀ ਅਤੇ 5 ਪ੍ਰਕਾਰ ਦੇ ਕਲੇਸ਼, ਅਵਿਦਿਆ, ਅਸਮਤਾ, ਰਾਗ, ਦਵੈਖ, ਅਬ ਨਵੇਸ਼ ਆਦਿ ਸੀ, ਉਹ ਸਤਿਗੁਰਾਂ ਦੇ ਉਪਦੇਸ਼ ਨੇ ਨਿਵਰਤ ਕਰ ਦਿੱਤੇ ਹਨ, ਨਾਸ ਕਰ ਦਿੱਤੇ ਹਨ। ਅਤੇ ਆਵਣ ਜਾਣ ਰਹੇ ਸੁਖ ਸਾਰੇ, ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਅਤੇ ਮਰ ਕੇ ਜਾਣ ਤੋਂ ਰਹਿਤ ਹੋ ਗਏ, ਭਾਵ ਦੋਵੇਂ ਨਿਵਰਤ ਕਰ ਦਿੱਤੇ ਹਨ ਅਤੇ ਸਭ ਸੁੱਖ ਪ੍ਰਾਪਤ ਹੋ ਗਏ ਹਨ। ਉਹਨਾਂ ਨੂੰ ਸਾਰੇ ਥਾਵਾਂ 'ਤੇ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ ਹੈ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ। ਹੇ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਸ਼ਬਦ ਵਸ ਗਿਆ ਹੈ, ਉਹਨਾਂ ਦੀ ਸੰਸਾਰ ਦੇ ਅੰਦਰੋਂ ਜਿਤਨੀ ਵੀ ਕਲਪਨਾ ਸੀ ਅਤੇ 5 ਪ੍ਰਕਾਰ ਦੇ ਕਲੇਸ਼ ਆਦਿਕ ਸੀ, ਉਹ ਸਤਿਗੁਰਾਂ ਦੇ ਉਪਦੇਸ਼ ਨੇ ਨਿਵਰਤ ਕਰ ਦਿੱਤੇ ਹਨ, ਨਾਸ ਕਰ ਦਿੱਤੇ ਹਨ। ਆਵਣ ਜਾਣ ਰਹੇ ਸੁਖ ਸਾਰੇ, ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣ ਤੋਂ ਰਹਿਤ ਹੋ ਗਏ, ਭਾਵ ਦੋਵੇਂ ਨਿਵਰਤ ਕਰ ਲਏ। ਜੰਮਣ ਮਰਨ ਦੋਵੇਂ ਨਿਵਰਤ ਕਰ ਲਏ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ ਹੈ ਕਿ ਸਭ ਸੁੱਖ ਪ੍ਰਾਪਤ ਹੋ ਗਏ ਉਹਨਾਂ ਨੂੰ ਸਾਰੇ ਥਾਵਾਂ 'ਤੇ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ ਹੈ।
ਕਿ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ ਹੈ। ਭੈ ਬਿਨ ਸੇ ਨਿਰਭਉ ਹਰਿ ਧਿਆਇਆ, ਕਿ ਗੁਰ ਸ਼ਬਦ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਿਆ ਹੈ, ਕਿ ਗੁਰੂ ਦੇ ਸ਼ਬਦ ਕਰਕੇ ਹੀ ਨਿਰਭਉ ਡਰ ਤੋਂ ਰਹਿਤ ਹਰੀ ਪਰਮੇਸ਼ਰ ਨੂੰ ਧਿਆਉਣ ਕਰਕੇ 7 ਪ੍ਰਕਾਰ ਦੇ ਡਰ, ਲੋਕ ਪਰਲੋਕ ਆਦਿ ਦਾ ਡਰ ਵਿਸ਼ੇਸ਼ ਕਰਕੇ ਨਾਸ ਹੋ ਗਿਆ ਹੈ। ਸਿੱਖ ਕਹਿਣ ਲੱਗੇ, ਹੇ ਮਹਾਰਾਜ, ਪਰਮੇਸ਼ਰ ਦੇ ਗੁਣ ਕਿੱਥੇ ਗਾਏ ਜਾਂਦੇ ਹਨ? ਮਹਾਰਾਜ ਜੀ ਕਹਿਣ ਲੱਗੇ, ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ। ਕਹਿਣ ਲੱਗੇ, ਹੇ ਭਾਈ, ਸਤ ਸੰਗਤ ਨਾਲ ਮਿਲ ਕਰਕੇ ਹਰੀ ਪ੍ਰਭੂ ਦੇ ਗੁਣ, ਹਰੀ ਪ੍ਰਭੂ ਦੇ ਜਸ ਨੂੰ ਗਾਈਂਦਾ ਹੈ, ਕਿ ਹਰੀ ਪ੍ਰਭੂ ਦਾ ਜਸ ਗਾਇਆ ਜਾਂਦਾ ਹੈ ਰਹਾਉ। ਫਿਰ ਸਿੱਖ ਕਹਿਣ ਲੱਗੇ, ਹੇ ਮਹਾਰਾਜ, ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨ ਕਮਲ ਧਾਰਨ ਕੀਤੇ ਹਨ, ਉਹਨਾਂ ਨੂੰ ਕੀ ਲਾਭ ਪ੍ਰਾਪਤ ਹੋਇਆ ਹੈ? ਭਾਵ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਉਹਨਾਂ ਨੂੰ ਕੀ ਲਾਭ ਪ੍ਰਾਪਤ ਹੋਇਆ ਹੈ? ਮਹਾਰਾਜ ਜੀ ਕਹਿਣ ਲੱਗੇ, ਚਰਨ ਕਾਮਲ ਰਿਦ ਅੰਤਰ ਧਾਰੇ, ਆਗਨ ਸਾਗਰ ਗੁਰ ਪਾਰ ਉਤਾਰੇ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨ ਕਮਲਾਂ ਨੂੰ, ਭਾਵ ਪਰਮੇਸ਼ਰ ਦੇ ਨਾਮ ਨੂੰ ਆਪਣੇ ਰਿਦ, ਆਪਣੇ ਹਿਰਦੇ ਅੰਦਰ, ਹਿਰਦੇ ਵਿੱਚ ਧਾਰਨ ਕੀਤਾ ਹੈ, ਆਗਨ ਸਾਗਰ ਗੁਰ ਪਾਰ ਉਤਾਰੇ, ਉਹਨਾਂ ਨੂੰ ਅਗਨੀ ਦੀ ਨਿਆਈ ਸੰਸਾਰ ਸਮੁੰਦਰ ਤੋਂ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਰੂਪੀ ਜਹਾਜ਼ 'ਤੇ ਬਿਠਾ ਕੇ ਪਾਰ ਉਤਾਰ ਦਿੱਤਾ ਹੈ। ਭਾਵ ਸਰੂਪ ਦੀ ਪ੍ਰਾਪਤੀ ਕਰਾ ਦਿੱਤੀ ਹੈ ਤੇ ਮੁਕਤ ਕਰ ਦਿੱਤਾ ਹੈ। ਬੂੜਤ ਜਾਤ ਪੂਰੈ ਗੁਰ ਕਾਢੇ, ਜੋ ਸੰਸਾਰ ਸਮੁੰਦਰ ਅੰਦਰ ਪਦਾਰਥਾਂ ਰੂਪੀ ਪਾਣੀ ਵਿੱਚ ਬੂੜਤ ਡੁੱਬਦੇ ਜਾ ਰਹੇ ਸੀ। ਬੂੜਤ ਜਾਤ ਪੂਰੈ ਗੁਰ ਕਾਢੇ, ਜੋ ਸੰਸਾਰ ਸਮੁੰਦਰ ਅੰਦਰ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬਦੇ ਜਾ ਰਹੇ ਸੀ, ਉਹਨਾਂ ਨੂੰ ਪੂਰਿਆਂ ਸਤਿਗੁਰਾਂ ਨੇ ਕਿਰਪਾ ਕਰਕੇ ਮੋਖ ਰੂਪੀ ਕਿਨਾਰੇ 'ਤੇ ਕੱਢ ਦਿੱਤਾ ਹੈ। ਜਨਮ ਜਨਮ ਕੇ ਟੂਟੇ ਗਾਂਢੇ, ਕਿ ਜਿਨ੍ਹਾਂ ਦੇ ਜਨਮਾਂ ਜਨਮਾਤਰਾਂ ਦੇ ਪਰਮੇਸ਼ਰ ਵੱਲੋਂ ਟੁੱਟੇ ਹੋਏ ਸੀ, ਉਹਨਾਂ ਦਾ ਮਨ ਗੁਰੂ ਜੀ ਨੇ ਸ਼ਬਦ ਦੁਆਰਾ ਵਾਹਿਗੁਰੂ ਨਾਲ ਗਾਂਢੇ ਗੰਢ ਦਿੱਤਾ ਹੈ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਭਈ ਹਮਾਰੀ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਭਈ ਹਮਾਰੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਗੁਰ ਸ਼ਬਦ ਗੁਰੂ ਸਾਹਿਬ ਜੀ ਤੋਂ ਬਲਿਹਾਰੀ ਕੁਰਬਾਨ ਜਾਈਏ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਗੁਰ ਸ਼ਬਦ ਤੋਂ, ਗੁਰੂ ਸਾਹਿਬ ਜੀ ਤੋਂ ਬਲਿਹਾਰੀ ਕੁਰਬਾਨ ਜਾਈਏ, ਜਿਨ੍ਹਾਂ ਗੁਰ ਸ਼ਬਦ ਨਾਲ ਮਿਲਣੇ ਕਰਕੇ ਸਾਡੀ ਮੁਕਤੀ ਹੋਈ ਹੈ। ਸਤਿਗੁਰਾਂ ਨਾਲ ਮਿਲਣੇ ਕਰਕੇ ਤਮਾਮ ਸਾਰਿਆਂ ਦੀ ਮੁਕਤੀ ਹੋਈ ਹੈ। ਗੌੜੀ ਮਹੱਲਾ ਪੰਜਵਾ। ਸਾਧ ਸੰਗ ਤਾਂ ਕੀ ਸਰਨੀ ਪਰੋ, ਮਨ ਤਨ ਆਪਣਾ ਆਗੈ ਧਰੋ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ ਰਹਾਓ। ਤਾਜ ਅਭਿਮਾਨ ਜਨਮ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ। ਸਾਸ ਸਾਸ ਪ੍ਰਭ ਮਨਹਿ ਸੰਭਾਲੇ, ਸੋ ਧਨ ਸੰਚੋ ਜੋ ਚਾਲੈ ਨਾਲੇ। ਜਿਸ ਹੈ ਪ੍ਰਾਪਤ ਤਿਸ ਹੈ ਪ੍ਰਾਪਤ, ਜਿਸ ਮਸਤਕ ਭਾਗ। ਕਹੋ ਨਾਨਕ ਤਾਂ ਕੀ ਚਰਣੀ ਲਾਗ।
ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਥਨ ਕਰਦੇ ਹਨ, ਸਾਧ ਸੰਗ ਤਾਂ ਕੀ ਸਰਨੀ ਭਰੋ। ਸਾਧ ਸੰਗਤ, ਸਤ ਸੰਗਤ ਵਿੱਚ ਆਉਣ ਕਰਕੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ। ਜੋ ਸਤ ਸੰਗਤ ਹੈ, ਜੈਸੇ ਹੁਣ ਸਤ ਸੰਗਤ ਹੋ ਰਹੀ ਹੈ, ਮਹਾਰਾਜ ਜੀ ਕਹਿਣ ਲੱਗੇ ਸਤ ਸੰਗਤ ਵਿੱਚ ਆਉਣ ਕਰਕੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ ਅਤੇ ਮਨ ਤਨ ਆਪਣਾ ਆਗੈ ਧਰੋ। ਆਪਣਾ ਮਨ ਅਤੇ ਤਨ ਵੀ ਉਸ ਪਰਮੇਸ਼ਰ ਦੇ ਅੱਗੇ ਧਰਨਾ ਕਰੋ, ਅਰਪਣਾ ਕਰੋ। ਮਨ ਦੇ ਸਾਰੇ ਸੰਕਲਪ ਅਤੇ ਸਰੀਰ ਦੀ ਹੰਗਤਾ, ਅਭਿਮਾਨ ਪਰਮੇਸ਼ਰ ਦੇ ਅੱਗੇ ਭੇਟਾ ਕਰਨ ਰੂਪ ਧਰੋ। ਸਤ ਸੰਗਤ ਦੇ ਵਿੱਚ ਆਉਣਾ ਕਰੋ, ਸ਼ਰਨ ਦੇ ਵਿੱਚ ਪੈਣਾ ਕਰੋ ਤੇ ਆਪਣਾ ਮਨ ਅਤੇ ਤਨ ਵੀ ਉਸ ਪਰਮੇਸ਼ਰ ਦੇ ਅੱਗੇ ਧਰਨਾ ਕਰੋ ਕਿ ਅਰਪਣਾ ਕਰੋ। ਮਨ ਕੀ ਮਨ ਦੇ ਸਾਰੇ ਸੰਕਲਪ ਅਤੇ ਤਨ ਹੈ ਜਿਹੜਾ ਸਰੀਰ, ਸਰੀਰ ਦੀ ਹੰਗਤਾ, ਸਰੀਰ ਦਾ ਹੰਕਾਰ, ਇਹ ਦੋਨੇ ਚੀਜ਼ਾਂ ਪਰਮੇਸ਼ਰ ਅੱਗੇ ਭੇਟਾ ਕਰਨ ਰੂਪ ਰੱਖੋ। ਫਿਰ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਹੇ ਮੇਰੇ ਭਾਈ, ਹੇ ਮੇਰੇ ਭਰਾਵੋ, ਬਾਣੀ ਕਰਕੇ ਅੰਮ੍ਰਿਤ ਨਾਮ ਨੂੰ ਪੀਣਾ ਕਰੋ। ਸਿਮਰ ਸਿਮਰ ਸਭ ਤਪਤ ਬੁਝਾਈ। ਪਰਮੇਸ਼ਰ ਨੂੰ ਸਿਮਰ ਸਿਮਰਦਿਆਂ ਚਿੰਤਾ ਦੀ, ਈਰਖਾ ਦੀ, ਤ੍ਰਿਸ਼ਨਾ ਆਦਿਕ ਦੀ ਸਾਰੀ ਤਾਪਤ ਬੁਝ ਜਾਏਗੀ। ਪਰਮੇਸ਼ਰ ਨੇ ਬੁਝਾ ਦਿੱਤੀ ਹੈ ਕਿ ਸਿਮਰ ਸਿਮਰ ਸਭ ਤਪਤ ਬੁਝਾਈ। ਪਰਮੇਸ਼ਰ ਦੇ ਨਾਮ ਨੂੰ ਮਨ ਕਰਕੇ ਸਿਮਰਨ ਨਾਲ ਅਤੇ ਬਾਣੀ ਕਰਕੇ ਸਿਮਰਨ ਨਾਲ ਕਿ ਵਿਛੋੜੇ ਆਦਿਕਾਂ ਦੀ ਸਾਰੀ ਤਾਪਸ ਬੁਝ ਜਾਏਗੀ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਤਾਜ ਅਭਿਮਾਨ ਜਨਮ ਮਰਨ ਨਿਵਾਰੋ। ਹੇ ਭਾਈ, ਇਸ ਪ੍ਰਕਾਰ ਆਪਣੇ ਹਿਰਦੇ ਵਿੱਚ ਮਾਨ ਨੂੰ, ਹੰਕਾਰ ਨੂੰ ਤਿਆਗਣਾ ਕਰੋ। ਤਾਜ ਅਭਿਮਾਨ ਜਨਮ ਮਰਨ ਨਿਵਾਰੋ। ਹੇ ਭਾਈ, ਇਸ ਪ੍ਰਕਾਰ ਆਪਣੇ ਅਭਿਮਾਨ, ਆਬ ਹਿਰਦੇ ਵਿੱਚੋਂ ਮਾਨ ਹੰਕਾਰ ਨੂੰ, ਅਭਿਮਾਨ ਦਾ ਅਰਥ ਹੈ ਆਬ ਹਿਰਦਾ, ਮਾਨ ਹੰਕਾਰ, ਕਿ ਹੇ ਭਾਈ ਇਸ ਪ੍ਰਕਾਰ ਆਪਣੇ ਹਿਰਦੇ ਵਿੱਚੋਂ ਮਾਨ ਨੂੰ, ਹੰਕਾਰ ਨੂੰ ਤਿਆਗਣਾ ਕਰੋ। ਕਾਰਨ ਦੇ, ਸੂਖਮ ਦੇ, ਅਸਥੂਲ ਦੇ ਦਾ ਅਭਿਮਾਨ ਹੰਕਾਰ ਛੱਡਣਾ ਕਰੋ ਅਤੇ ਹਰ ਕੇ ਦਾਸ ਕੇ ਚਰਨ ਨਮਸਕਾਰੋ ਅਤੇ ਆਪਣਾ ਜਨਮ ਮਰਨ ਨਿਵਾਰਨਾ ਕਰੋ। ਭਾਵ ਆਪਣੇ ਆਪ ਨੂੰ ਜੰਮਣ ਮਰਨ ਵੱਲੋਂ ਨਿਵਿਰਤ ਕਰ ਲਓ ਅਤੇ ਹਰ ਕੇ ਦਾਸ ਕੇ ਚਰਨ ਨਮਸਕਾਰੋ। ਹਰੀ ਪਰਮੇਸ਼ਰ ਦੇ ਸੇਵਕਾਂ ਦੇ ਚਰਨਾਂ ਨੂੰ ਨਮਸਕਾਰ, ਬੰਦਨਾ ਕਰੋ। ਹੇ ਪਰਮੇਸ਼ਰ, ਅਜਿਹਾ ਕੌਣ ਹੈ ਜਿਸ ਨੇ ਹੰਕਾਰ ਛੱਡ ਦਿੱਤਾ ਹੈ। ਸਿੱਖ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ, ਅਜਿਹਾ ਕੌਣ ਹੈ ਜਿਸ ਨੇ ਹੰਕਾਰ ਛੱਡ ਦਿੱਤਾ ਹੈ। ਦੁਨੀਆ ਹੰਕਾਰ ਦੇ ਵਿੱਚ ਹੀ ਹੈ ਸਾਰੀ। ਤੇ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਪ੍ਰਭੂ ਦੇ ਸੇਵਕਾਂ ਨੇ ਹੰਕਾਰ ਦਾ ਤਿਆਗ ਕੀਤਾ ਹੈ, ਇਸ ਕਰਕੇ ਉਹਨਾਂ ਦੇ ਚਰਨਾਂ ਉੱਪਰ ਨਮਸਕਾਰ ਕਰੋ ਅਤੇ ਸਾਸ ਸਾਸ ਪ੍ਰਭ ਮਨਹਿ ਸੰਭਾਲੇ। ਉਹ ਗੁਰਮੁਖ ਪਿਆਰੇ ਸਵਾਸ ਸਵਾਸ ਆਪਣੇ ਮਨ ਦੁਆਰਾ ਪ੍ਰਭੂ ਪਰਮੇਸ਼ਰ ਨੂੰ ਸੰਭਾਲਦੇ ਹਨ। ਹੇ ਭਾਈ, ਸੋ ਤਨ ਸੰਚੋ ਜੋ ਚਾਲੈ ਨਾਲੇ। ਸੋ ਧਨ ਸੰਚੋ, ਸੰਚੋ ਇਕੱਤਰ ਕਰੋ, ਇਕੱਠਾ ਕਰੋ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਸੋ ਉਹ ਨਾਮ ਰੂਪੀ ਧਨ ਕੇ ਸੰਚੋ ਇਕੱਤਰ ਕਰੋ, ਇਕੱਠਾ ਕਰੋ। ਜੋ ਚਾਲੈ ਨਾਲੇ, ਜਿਹੜਾ ਪਰਲੋਕ ਵਿੱਚ ਨਾਲ ਚੱਲਣਾ ਕਰੇਗਾ। ਤੇ ਸਹੇ ਪ੍ਰਾਪਤ
ਜਿਸ ਮਸਤਕ ਭਾਗ, ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ। ਹੇ ਭਾਈ, ਜਿਨ੍ਹਾਂ ਦੇ ਮਸਤਕ ਮੱਥੇ ਦੇ ਭਾਗ ਉੱਤਮ ਹਨ, ਤਿਸ ਹੈ ਹੁੰਦਾ ਤਿੰਨਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਕਹੋ ਨਾਨਕ ਤਰ ਤਾਂ ਕੀ ਚਰਨੀ ਲਾਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਨਾਮ ਦੀ ਪ੍ਰਾਪਤੀ ਵਾਲਿਆਂ ਦੀ ਚਰਨੀ ਲੱਗਣਾ ਕਰੋ। ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ, ਕਹੋ ਨਾਨਕ ਤਾਂ ਕੀ ਚਰਨੀ ਲਾਗ। ਹੇ ਭਾਈ, ਜਿਨ੍ਹਾਂ ਦੇ ਮਸਤਕ ਮੱਥੇ ਦੇ ਭਾਗ ਉੱਤਮ ਹਨ, ਤਿੰਨਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਨਾਮ ਦੀ ਪ੍ਰਾਪਤੀ ਵਾਲਿਆਂ ਦੀ ਚਰਨੀ ਲੱਗਣਾ ਕਰੋ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹੈ ਕਿ ਹੋਈਆਂ ਭੁੱਲਾਂ ਦੀ ਖਿਮਾ। ਮਹਾਰਾਜ ਜੀ ਨਾਮ ਜਪਣ ਬਾਰੇ ਬੜਾ ਹੀ ਉਪਦੇਸ਼ ਦੇ ਰਹੇ ਹਨ ਕਿ ਨਾਮ ਜਪਣ ਤੋਂ ਬਿਨਾਂ ਇਹ ਜੀਵ ਜਿੰਨਾ ਵੀ ਖਾਂਦਾ ਪੀਂਦਾ ਹੈ, ਇਹ ਖੇਤ ਵਿੱਚ ਡਰਨੇ ਦੀ ਤਰ੍ਹਾਂ ਹੈ। ਜੈਸੇ ਖੇਤ ਦੇ ਵਿੱਚ ਡਰਨਾ ਲਾਇਆ ਜਾਂਦਾ ਹੈ ਸੋਹਣੇ ਕੱਪੜੇ ਪਾ ਕੇ, ਇਹ ਵੀ ਡਰਨੇ ਦੀ ਤਰ੍ਹਾਂ ਖਾਂਦਾ ਹੈ ਅਤੇ ਕੱਪੜੇ ਪਾਏ ਜਾਂਦੇ ਹਨ। ਉਸੇ ਤਰ੍ਹਾਂ ਹੈ ਨਾਮ ਦੀ ਵਡਿਆਈ ਹੈ। ਜਿਹੜਾ ਨਾਮ ਜਪਦਾ ਹੈ ਉਹੀ ਇੱਥੇ ਆਇਆ ਹੋਇਆ ਸਫਲਾ ਹੁੰਦਾ ਹੈ ਕਿ ਨਾਮ ਦੇ ਨਾਲ ਜੁੜੀਏ। ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ, ਮਹਾਰਾਜ ਨਾਮ ਦੀਆਂ ਦਾਤਾਂ ਬਖਸ਼ੋ, ਹਿਰਦੇ ਵਿੱਚ ਨਾਮ ਵਸ ਜਾਏ ਤਾਂ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਂਦਾ ਹੈ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ। ਰਾਮ